मैं 90 शहर ਦੇ ਨੂੰ ਇਹੀ ਕਹਿਣਾ, ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ। ਔਰ ਇਹ ਵੀ ਨਾਲ ਹੈ, ਜੇ 20 ਸਾਲ 'ਚ ਵੀ ਇੰਨਾ ਕਦੇ ਕੰਮ ਹੋਇਆ ਹੋਵੇ ਤਾਂ ਮੈਂ ਵੋਟ ਦਾ ਹੱਕਦਾਰ ਨਹੀਂ। 20 ਸਾਲ ਨਾਲੋਂ ਜ਼ਿਆਦਾ ਕੰਮ ਮੈਂ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਕਈ ਹੋਰ ਮਸਲੇ ਲੈ ਕੇ ਚੋਣ ਪ੍ਰਚਾਰ ਕਰ ਰਹੇ ਨੇ ਔਰ ਤੁਹਾਨੂੰ ਨਿਸ਼ਾਨਿਆਂ ਦੇ ਉੱਪਰ ਲਿੱਤਾ ਹੋਇਆ ਉਹਨਾਂ। ਮੈਂ ਤਾਂ ਕੰਮ ਦੀ ਗੱਲ ਕਰਦਾ, ਮੈਂ ਨਿਸ਼ਾਨਿਆਂ ਦੀ ਗੱਲ ਨਹੀਂ ਕਰਦਾ। ਉਹ ਨਿਸ਼ਾਨੇ ਮਾਰਦੇ ਨੇ, ਮੈਂ ਕੰਮ ਕਰਦਾ। ਹੁਣ ਮੈਂ ਉਮੀਦ ਕਰਦਾ ਗੁਰੂ ਮਹਾਰਾਜ ਕਰੇਗਾ 30,000 ਤੋਂ ਘੱਟ ਨਹੀਂ ਮੈਂ ਜਿੱਤਦਾ। ਲੇਕਿਨ ਉਹ ਕਹਿੰਦੇ ਕਿ ਜਨਤਾ ਦੀ ਕਚਹਿਰੀ ਦੇ ਵਿੱਚ ਹਿਸਾਬ ਹੋਣਾ ਚਾਹੀਦਾ ਹੈ। ਬਿਲਕੁਲ ਉਹ ਕਹਿੰਦੇ ਨੇ ਤੁਹਾਡਾ ਇੱਕ ਸਕੈਮ ਦੇ ਵਿੱਚ ਵੀ ਕਹਿੰਦੇ ਨਾਮ ਆਇਆ। ਲੈ ਨਹੀਂ ਸਾਹਿਬ ਇਹ ਤੇ ਹੋ ਗਿਆ। ਉਹ ਕਹਿੰਦੇ ਇੱਕ ਸਕੈਮ ਦੇ ਵਿੱਚ ਤੁਹਾਡਾ ਨਾਮ ਆਇਆ, ਕਹਿੰਦੇ ਉਸ ਦੇ ਵਿੱਚ ਕੋਈ ਸਾਬਤ ਕਰਦੇ ਦੇਣਦਾਰ। ਪਹਿਲਾਂ ਕਾਂਗਰਸ ਪਾਰਟੀ 77 ਸੀਟਾਂ ਲੈ ਕੇ ਹੁਣ ਘੱਟੋ ਘੱਟ 87 ਲੈ ਕੇ ਜਾਏਗੀ। ਚੌਰ ਚਿਹਰਾ ਬਹੁਤ ਵਧੀਆ, ਚੰਨੀ ਦਾ ਚਿਹਰਾ ਵੈਰੀ ਗੁੱਡ ਚਿਹਰਾ। ਤੇ ਸਿੱਧੂ ਸਾਹਿਬ ਉਦੋਂ ਵੀ ਵਧੀਆ ਨੇ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨੀਤ ਕਪੂਰ ਔਰ ਇਸ ਵੇਲੇ ਪੰਜਾਬ ਦੀ ਚੋਣਾਂ ਦੀ ਸਰਗਰਮੀਆਂ ਦੇ ਵਿਚਾਲੇ ਅਸੀਂ ਮੌਜੂਦ ਹਾਂ ਨਾਭਾ ਵਿਧਾਨ ਸਭਾ ਹਲਕੇ ਦੇ ਵਿੱਚ। ਨਾਭਾ ਜਿਸ ਨੂੰ ਕਾਫੀ ਖਾਸ ਅਹਿਮੀਅਤ ਮਿਲੀ ਹੋਈ ਹੈ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਆ ਸ਼ਹਿਰ ਆਪਣਾ ਅਲੱਗ ਹੀ ਇੱਕ ਰੁਤਬਾ ਰੱਖਦਾ ਹੈ। ਇਸ ਸ਼ਹਿਰ ਦੀ ਅਲੱਗ-ਅਲੱਗ ਥਿਊਰੀ ਵੀ ਹੈ, ਲੋਕਾਂ ਦਾ ਅਲੱਗ-ਅਲੱਗ ਵਿਚਾਰਧਾਰਾ ਵੀ ਹੈ, ਅਲੱਗ-ਅਲੱਗ ਕਹਿਣਾ ਵੀ ਹੈ ਔਰ ਕਈ ਮਸਲਿਆਂ ਨੂੰ ਲੈ ਕੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਇਸ ਵੇਲੇ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆ ਰਹੇ ਨੇ। ਖਾਸ ਅਹਿਮੀਅਤ ਇਸ ਹਲਕੇ ਦੀ ਤਾਂ ਵੀ ਹੈ ਕਿਉਂਕਿ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕਾਂਗਰਸ ਦੀ ਟਿਕਟ ਤੋਂ ਇਸੀ ਹਲਕੇ ਤੋਂ ਚੋਣ ਲੜਦੇ ਹੋਏ ਨਜ਼ਰ ਆ ਰਹੇ ਨੇ। ਅੱਜ ਆਗੇ ਨੇਤਾ ਜੀ ਦੈਨਿਕ ਸਵੇਰਾ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਹੈ ਉਸ ਦੇ ਵਿੱਚ ਸਾਧੂ ਸਿੰਘ ਧਰਮਸੋਤ ਸਾਡੇ ਨਾਲ ਜੁੜਨਗੇ, ਗੱਲਬਾਤ ਕਰਾਂਗੇ। ਉਹਨਾਂ ਨਾਲ ਤੇ ਗੱਲਬਾਤ ਹੋਊਗੀ, ਉਹਨਾਂ ਦੇ ਨਾਲ ਆ ਜਿਹੜੀ ਪਬਲਿਕ ਉਹਨਾਂ ਨਾਲ ਮੌਜੂਦ ਹੈ, ਗੱਲਬਾਤ ਕਰਾਂਗੇ ਕਿ ਅੱਜ ਇਹਨਾਂ ਦੇ ਦਾਅਵੇ ਕੀ ਕਹਿੰਦੇ ਨੇ ਔਰ ਕਿਆ ਇਹਨਾਂ ਦੇ ਦਾਅਵਿਆਂ ਤੇ ਆ ਪਬਲਿਕ ਮੋਹਰ ਲਾਂਦੀ ਹੈ। ਲੇਕਿਨ ਸਭ ਤੋਂ ਪਹਿਲਾਂ ਇੱਕ ਮਾਡਲ ਦਿਖਾ ਦੇਣਾ ਤੁਹਾਨੂੰ। ਆ ਇੱਕ ਮਾਡਲ ਹੈ, ਤੁਸੀਂ ਪ੍ਰਚਾਰ ਕਈ ਥਾਵੇਂ ਵੇਖਿਆ ਹੋਏਗਾ ਜਿੱਥੇ ਪੋਲੀਟੀਸ਼ੀਅਨ ਜਾਂਦਾ ਹੈ, ਮੂੰਹੋਂ ਕਹਿੰਦਾ ਮੈਂ ਆਹ ਕੰਮ ਕੀਤਾ, ਮੈਂ ਆਹ ਕੰਮ ਕੀਤਾ, ਮੈਂ ਆਹ ਕੰਮ ਕੀਤਾ। ਲੇਕਿਨ ਇੱਥੇ ਇਹਨਾਂ ਨੇ ਇੱਕ ਮਾਡਲ ਤਿਆਰ ਕੀਤਾ ਜਿਸ ਦੇ ਵਿੱਚ ਆ ਖੁਦ ਦੱਸ ਰਹੇ ਨੇ ਕਿ ਆਖਿਰ ਕਿਹੜੇ ਕੰਮ ਕੀਤੇ ਨੇ। ਇਸ ਗੱਡੀ ਦੇ ਵਿੱਚ ਗਾਣੇ ਵੱਜਦੇ ਨੇ ਜਿਸ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਨਾਦਾਨੀ ਦਿਲ ਦਾ ਵੀ ਸਾਧੂ ਹੈ। ਗੱਲ ਕਰ ਲੈਂਦੇ ਹਾਂ ਕਿ ਵਾਕਿਆ ਹੀ ਦਿਲ ਦਾ ਸਾਧੂ ਹੈ ਜਾਂ ਫਿਰ ਨਹੀਂ। ਧਰਮਸੋਤ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਆਗੇ ਨੇਤਾ ਜੀ। ਜੀ ਸਰ ਕਹਿੰਦੇ ਨਾਦਾਨੀ ਦਿਲ ਦਾ ਵੀ ਸਾਧੂ ਹੈ, ਵਾਕਿਆ ਅਸਲੀਅਤ ਹੈ? ਅਸੀਂ ਕੰਮ ਕਰਦੇ ਹਾਂ, ਬਸ ਕੰਮ ਕਰਦੇ ਹਾਂ। ਸਾਧੂ ਦਾ ਨਹੀਂ ਮੈਨੂੰ ਪਤਾ ਹੈਗਾ ਕਿ ਨਹੀਂ, ਸਾਧ ਬਣਨਾ ਤਾਂ ਬੜਾ ਔਖੀ ਗੱਲ ਹੈ ਤੇ ਗੱਲ ਹੀ ਹੈ ਤਾਂ ਲੋਕਾਂ ਦੀ ਗੱਲ ਹੈ। ਮੈਂ ਤਾਂ ਕੰਮ ਕਰ 'ਚ ਵਿਸ਼ਵਾਸ ਰੱਖਦਾ, ਕੰਮ ਕੀਤਾ, ਠੋਕ ਕੇ ਕੰਮ ਕੀਤਾ ਔਰ ਤੁਹਾਡੇ ਸਾਹਮਣੇ ਨੇ ਜਿਹੜੀ ਚੀਜ਼ਾਂ ਬਣਾਈਆਂ। ਆ ਪਹਿਲੀ ਵਾਰ ਇਹੋ ਜਿਹੀ ਚੀਜ਼ ਵੇਖਣ ਨੂੰ ਮਿਲੀ ਹੈ ਕਿ ਕੋਈ ਪ੍ਰੋਜੈਕਟ ਬਣਾ ਕੇ ਆਪਣਾ ਲੋਕਾਂ ਦੇ ਵਿੱਚ ਵਿਚਰ ਰਿਹਾ। ਕਿਹੜੇ ਇਹੋ ਜਿਹੇ ਕੰਮ ਨੇ ਜਿਹੜੇ ਹਲਕੇ ਦੇ ਵਿੱਚ ਤੁਸੀਂ ਕੀਤੇ ਔਰ ਕਿਹੜੇ ਮਸਲਿਆਂ ਨੂੰ ਲੈ ਕੇ ਹੁਣ ਲੋਕਾਂ 'ਚ ਤੁਸੀਂ ਵਿਚਰਦੇ ਨਜ਼ਰ ਆ ਰਹੇ? ਦੇਖ ਲਓ, ਸਭ ਤੋਂ ਵੱਡੀ ਗੱਲ ਤਾਂ ਇੱਥੇ ਸੀ ਸੜਕਾਂ ਹੀ ਨਹੀਂ ਸੀ। ਨਾਭੇ ਦੇ ਵਿੱਚ ਜਦੋਂ ਅਸੀਂ ਸੰਭਾਲਿਆ 2017 'ਚ ਸੜਕਾਂ 700 ਤੋਂ ਵੱਧ ਨਵੀਆਂ ਸੜਕਾਂ ਬਣੀਆਂ ਨੇ, ਛੋਟੀਆਂ ਵੱਡੀਆਂ। ਉਹਦੇ 'ਚ 20 ਫੁੱਟ ਦੀ ਸੜਕ ਵੀ ਹੈ, 15 ਫੁੱਟ ਦੀ ਸੜਕ ਵੀ ਹੈ, 50 ਫੁੱਟ ਦੀ ਸੜਕ ਵੀ ਹੈ, 70 ਫੁੱਟ ਦੀ ਸੜਕ ਵੀ ਹੈ। ਇੰਟਰਲੌਕ ਇਹ ਪਹਿਲੀ ਵਾਰੀ ਹੋਇਆ ਕਿ ਨਾਭੇ ਸ਼ਹਿਰ ਨੂੰ ਅਸੀਂ ਇੰਟਰਲੌਕ ਕੀਤਾ। ਪਹਿਲਾਂ ਮਿਊਨਿਸਪੈਲਿਟੀਆਂ ਦੀਆਂ ਬਣਾਉਂਦੇ ਸੀ, ਲੋਕਾਂ ਨਾਲ ਪਾਣੀ ਖੜ ਜਾਂਦੀ, ਨਾਲ ਦੀ ਨਾਲ ਟੁੱਟ ਜਾਂਦੀਆਂ ਸੀ। ਇੰਟਰਲੌਕ ਕੀਤਾ ਔਰ ਤੁਸੀਂ ਆ ਦੇਖ ਲਓ 12,000 ਆ ਲਾਈਟਾਂ ਨਵੀਆਂ, 12,000 LED ਲਾਈਟਾਂ ਲਵਾਈਆਂ। ਗੱਲਾਂ ਨਹੀਂ, ਕੰਮ ਕੀਤਾ ਹੈ। ਫਿਰ ਆ ਗੇਟ ਨੇ, ਵਿਰਾਸਤੀ ਗੇਟ ਹੁੰਦੇ ਸੀ, ਇਹ ਖਤਮ ਹੋ ਚੁੱਕੇ ਸੀ। ਕਿਉਂ? ਰਿਆਸਤੀ ਸ਼ਹਿਰਾਂ ਦੀ ਨਾ ਆ ਪਹਿਚਾਣ ਹੁੰਦੀ ਸੀ, ਖਤਮ। ਇਹ ਜਿਵੇਂ ਕਹਿੰਦੇ ਸੀ ਆ ਪਟਿਆਲਾ ਗੇਟ ਆ, ਲੋਕ ਕਹਿੰਦੇ ਪਟਿਆਲਾ ਗੇਟ ਚੱਲੋ, ਗੇਟ ਹੁੰਦਾ ਹੀ ਨਹੀਂ ਸੀ। ਬੌੜਾ ਗੇਟ ਚੱਲੋ, ਗੇਟ ਹੁੰਦਾ ਹੀ ਨਹੀਂ ਸੀ। ਲਾਹੌਰਾਂ ਗੇਟ ਚੱਲੋ, ਗੇਟ ਹੁੰਦਾ ਹੀ ਨਹੀਂ ਸੀ। ਦੁਲੱਦੀ ਗੇਟ ਚੱਲੋ, ਗੇਟ ਹੁੰਦਾ ਹੀ ਨਹੀਂ ਸੀ। ਇਹ ਆਪਣਾ ਮੈਸ ਗੇਟ ਹੁੰਦਾ ਸੀ, ਹੈ ਹੀ ਨਹੀਂ। ਉਹ ਸਾਰੇ ਅਸੀਂ ਵਿਰਾਸਤੀ ਰਾਜ ਦੇ ਗੇਟ ਬਣਾਏ ਸੋਹਣੇ। ਔਰ ਆਹ ਦੇਖੋ ਕੂੜੇ ਦਾ ਕੰਮ, ਇਹ ਕੂੜਾ ਘਰੋਂ ਚੁੱਕਣ ਦਾ, ਇਹ ਵੈਨਾਂ ਚੱਕਣਗੀਆਂ। ਇਹ ਨਵੇਂ ਤਰ੍ਹਾਂ ਸਟਾਰਟ ਕੀਤਾ, ਇਹ ਗੱਲਾਂ ਨਾਲ ਨਹੀਂ, ਕੰਮ ਸਟਾਰਟ ਕਰ ਦਿੱਤਾ। ਇੱਥੇ ਆਹ ਦੇਖੋ, ਆ ਜਿਹੜਾ ਹੈਗਾ ਕਿਆ ਹੈ ਸੀ ਟ੍ਰੀਟਮੈਂਟ ਪਲਾਂਟ, ਵਾਟਰ ਟ੍ਰੀਟਮੈਂਟ ਪਲਾਂਟ 20 ਕਰੋੜ ਰੁਪਏ ਦੇ ਨਾਲ ਬਣ ਰਿਹਾ। ਠੀਕ ਹੈ, ਇਹ ਗੱਲਾਂ ਨਾਲ ਨਹੀਂ। ਠੀਕ ਹੈ, ਫਿਰ ਆ ਸਫਾਈ ਮੁਹਿੰਮ, ਆ ਸਫਾਈ ਦਾ ਕੰਮ, ਆ ਕੋਈ ਚੀਜ਼ ਨਹੀਂ ਸੀ ਉੱਥੇ ਨਾਭੇ 'ਚ। ਆ ਕੂੜਾ ਚੱਕਣ ਵਾਸਤੇ, ਉਹ ਚੱਕਣ ਵਾਸਤੇ
ਫਾਇਰ ਬ੍ਰਿਗੇਡ ਸਮੇਤ 40 ਬੰਦਿਆਂ ਦੇ ਸਟਾਫ ਸਮੇਤ 4 ਸਾਲ ਹੋ ਗਏ ਸਥਾਪਿਤ ਕੀਤਾ ਹੋਇਆ ਨਾਲ। ਇਹ ਆ ਸੜਕਾਂ, ਆ ਪਾਰਕ ਬਣਾਏ ਨੇ, 4 ਵੱਡੇ ਪਾਰਕ ਸ਼ਹਿਰ 'ਚ ਬਣਾਏ ਨੇ, ਗੱਲਾਂ ਨਾਲ ਨਹੀਂ ਬਣਾਏ, ਕੰਮ ਕੀਤਾ। ਯਾਨੀ ਧਰਮਸੋਤ ਸਾਹਿਬ ਇੱਕ ਮਾਡਲ ਦੇ ਵਿੱਚ ਹੀ ਆਪਣੇ ਕੰਮਾਂ ਦਾ ਤੁਸੀਂ ਵੇਰਵਾ ਦਿੰਦੇ ਨਜ਼ਰ ਆ ਰਹੇ ਹੋ ਕਿ ਮੈਂ ਆਹ ਕੰਮ ਕੀਤੇ ਨੇ। ਆ ਜਿਹੜੀਆਂ ਵੱਡੀਆਂ ਸੜਕਾਂ ਜਿਵੇਂ ਲੌਰਾਂ ਗੇਟ ਹੈ, ਆਪਣਾ ਮੈਸ ਗੇਟ ਹੈ, ਆ ਐਡੀਆਂ ਵੱਡੀਆਂ ਪਾਈਪਾਂ ਪਾ ਕੇ ਪਾਣੀ ਦਾ ਨਿਕਾਸ ਕਰਕੇ ਫੇਰ ਸੜਕਾਂ ਬਣਾਈਆਂ। ਅੱਛਾ, ਯਾਨੀ ਆਹ ਕੰਮ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਕਿ ਇਨ ਕੰਮਾਂ ਨੂੰ ਵੇਖ ਕੇ ਤੁਹਾਨੂੰ ਵੋਟ ਮੈਂ ਇਹੀ ਕਹਿੰਦਾ, ਜੇ ਮੈਂ ਲੋਕਾਂ ਨੂੰ ਇਹੀ ਬੇਨਤੀ ਹੈ, ਮੇਰੀਆਂ ਭੈਣਾਂ ਨੇ, ਮਾਵਾਂ ਨੇ, ਬਜ਼ੁਰਗ ਨੇ, ਮੈਂ ਨਾਭੇ ਸ਼ਹਿਰ ਦੇ ਨੂੰ ਇਹੀ ਕਹਿੰਦਾ, ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ। ਔਰ ਇਹ ਵੀ ਨਾਲ ਹੈ, ਜੇ 20 ਸਾਲ 'ਚ ਵੀ ਇੰਨਾ ਕਦੇ ਕੰਮ ਹੋਇਆ ਹੋਵੇ ਤਾਂ ਮੈਂ ਵੋਟ ਦਾ ਹੱਕਦਾਰ ਨਹੀਂ। 20 ਸਾਲ ਨਾਲੋਂ ਜ਼ਿਆਦਾ ਕੰਮ ਮੈਂ ਕੀਤਾ। ਲੇਕਿਨ ਧਰਮਸੋਤ ਸਾਹਿਬ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਕਈ ਹੋਰ ਮਸਲੇ ਲੈ ਕੇ ਚੋਣ ਪ੍ਰਚਾਰ ਕਰ ਰਹੇ ਨੇ ਔਰ ਤੁਹਾਨੂੰ ਨਿਸ਼ਾਨਿਆਂ ਦੇ ਉੱਪਰ ਲਿੱਤਾ ਹੋਇਆ ਉਹਨਾਂ। ਮੈਂ ਤਾਂ ਕੰਮ ਦੀ ਗੱਲ ਕਰਦਾ, ਮੈਂ ਨਿਸ਼ਾਨਿਆਂ ਦੀ ਗੱਲ ਨਹੀਂ ਕਰਦਾ। ਉਹ ਨਿਸ਼ਾਨੇ ਮਾਰਦੇ ਨੇ, ਮੈਂ ਕੰਮ ਕਰਦਾ ਬਸ। ਲੇਕਿਨ ਕਿੱਦਾਂ ਦੇਖਦੇ ਹੋ ਉਹਨਾਂ ਦੀ ਚੁਣੌਤੀ ਨੂੰ, ਕਿੱਦਾਂ ਦੇਖਦੇ ਹੋ? ਅਗਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਗਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਇਹ ਕਹਿੰਦਾ ਹਮਾਰੇ हाथों के तराशे हुए पत्थर है। ये मैं पिछले 5 साल ਪਹਿਲਾਂ ਵੀ ਦੇਖੇ ਸੀ, ਹੁਣ ਵੀ ਦੇਖ ਰਹੇ ਹਾਂ। ਅੱਛਾ, ਯਾਨੀ ਇਹ ਪਹਿਲਾਂ ਵੀ ਕਹਿੰਦੇ ਸੀ ਆਈ ਐਮ ਡਿਪਟੀ ਸੀਐਮ, ਲਾਈਟਿੰਗ ਕਰ ਲਈ ਸੀ ਪਹਿਲਾਂ ਹੀ, ਬਿਨਾ ਪਾਣੀ ਤੋਂ, ਬਿਨਾ ਗੁਰੂ ਦੀ ਕਿਰਪਾ ਤੋਂ ਬਗੈਰ ਹੀ, ਬਿਨਾ ਪਾਣੀ ਤੋਂ ਮੌਜੇ ਰਾਤ ਨੂੰ ਲੱਡੂ ਵੰਡਤੇ ਤੇ ਦਾਸ ਲੋਕਾਂ ਦੀ ਕਿਰਪਾ ਨਾਲ ਜਨਤਾ ਦੀ 20,000 ਤੇ ਜਿੱਤੇ ਆ। ਹੁਣ ਕੀ ਦਾਵਾ ਹੈ? ਹੁਣ ਮੈਂ ਉਮੀਦ ਕਰਦਾ ਗੁਰੂ ਮਹਾਰਾਜ ਕਰੇਗਾ 30,000 ਤੋਂ ਘੱਟ ਨਹੀਂ ਮੈਂ ਜਿੱਤਦਾ। ਲੇਕਿਨ ਇੱਕ ਗੱਲ ਇਹ ਵੀ ਕੀਤੀ ਜਾ ਰਹੀ ਹੈ, ਵਿਰੋਧੀ ਕਹਿੰਦੇ ਸੀ ਤੁਹਾਨੂੰ ਤੇ ਟਿਕਟ ਹੀ ਨਹੀਂ ਮਿਲਣੀ। ਇਸ ਵਾਰ ਇਸ ਤਰ੍ਹਾਂ ਦਾ ਵੀ ਪ੍ਰਚਾਰ ਇਸ ਸੀਟ ਤੇ ਹੁੰਦਾ ਨਜ਼ਰ ਆਇਆ। ਵਿਰੋਧੀ ਤਾਂ ਇਹ ਵੀ ਕਹਿ ਸਕਦੇ ਨੇ ਰੱਬਾ ਜਾਂਦਾ ਮਾਰੀ ਜਾਏ। ਇਹ ਵਿਰੋਧੀ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ। ਇਹ ਤਾਂ ਜੋ ਰੱਬ ਨਾ ਅਕਾਲ ਪੁਰਖ ਹੈ ਤੇ ਜਨਤਾ ਦੀ ਕਚਹਿਰੀ ਹੈ, ਉਹ ਹੋਣਾ। ਲੇਕਿਨ ਉਹ ਕਹਿੰਦੇ ਕਿ ਜਨਤਾ ਦੀ ਕਚਹਿਰੀ ਦੇ ਵਿੱਚ ਹਿਸਾਬ ਹੋਣਾ ਚਾਹੀਦਾ ਹੈ। ਬਿਲਕੁਲ। ਉਹ ਕਹਿੰਦੇ ਨੇ ਤੁਹਾਡਾ ਇੱਕ ਸਕੈਮ ਦੇ ਵਿੱਚ ਵੀ ਕਹਿੰਦੇ ਨਾਮ ਆਇਆ। ਲੈ ਨਹੀਂ ਸਾਹਿਬ ਇਹ ਤੇ ਹੋ ਗਿਆ। ਉਹ ਕਹਿੰਦੇ ਇੱਕ ਸਕੈਮ ਦੇ ਵਿੱਚ ਤੁਹਾਡਾ ਨਾਮ ਆਇਆ, ਕਹਿੰਦੇ ਮੈਨੂੰ ਉਸ ਦੇ ਵਿੱਚ ਕੋਈ ਸਾਬਤ ਕਰਦੇ ਦੇਣਦਾਰ। ਕਲੀਨ ਚਿੱਟ 3 ਸਰਕਾਰਾਂ ਦੀ ਕਲੀਨ ਚਿੱਟ। ਤੇ ਕਿਦਾਂ ਦੇਖਦੇ ਹੋ ਇਸ ਸੀਟ ਨੂੰ? ਤੁਸੀਂ ਕਿਦਾਂ ਦੇਖਦੇ ਹੋ? ਮੈਂ ਕਿਆ ਦੇਖਦਾ ਇਸ ਵਾਰ ਜਿੱਤ ਇਸ ਸੀਟ ਤੇ ਤੁਹਾਡੀ ਹੋਊਗੀ? ਬਿਲਕੁਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਆਪਣੇ ਸਾਥੀਆਂ ਤੇ ਵਿਸ਼ਵਾਸ ਹੈ, ਆਪਣੇ ਕੰਮ ਤੇ ਵਿਸ਼ਵਾਸ ਹੈ, ਰੱਬ ਤੇ ਵਿਸ਼ਵਾਸ ਤੇ ਜਨਤਾ ਤੇ ਵਿਸ਼ਵਾਸ। ਲੇਕਿਨ ਓਵਰਆਲ ਜਿਸ ਢੰਗ ਦੀ ਪੋਲਿਟਿਕਸ ਵੇਖਣ ਨੂੰ ਮਿਲ ਰਹੀ ਹੈ, ਅੱਜ ਭਗਵੰਤ ਮਾਨ ਸੀਐਮ ਦਾ ਚਿਹਰਾ ਲੈ ਕੇ ਚੋਣ ਮੈਦਾਨ 'ਚ ਵੀ, ਇਸ ਤੋਂ ਇਲਾਵਾ ਕੇਜਰੀਵਾਲ ਸਾਹਿਬ ਪ੍ਰਚਾਰ ਕਰ ਰਹੇ ਨੇ, ਇਸ ਤੋਂ ਇਲਾਵਾ ਅਕਾਲੀ ਦਲ ਦੀ ਜੇਕਰ ਗੱਲ ਕਰੀਏ, ਔਰ ਉਹ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਨੇ ਤੇ ਹਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ। ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ। ਬਣਾਇਆ ਹੋਇਆ ਹੈ ਗਰੀਬ ਦਲਿਤ, ਜਿਹੜਾ ਜ਼ਿਮੀਦਾਰ ਨੂੰ ਪਸੰਦ, ਜਿਹੜਾ ਗਰੀਬ ਨੂੰ ਪਸੰਦ, ਵਪਾਰੀ ਨੂੰ ਪਸੰਦ, ਤੇ ਜਿਹੜਾ ਆਮ ਕਾਰੋਬਾਰੀ ਇੰਡਸਟਰੀਲਿਸਟ ਨੂੰ ਪਸੰਦ, ਸਾਰੇ ਪੰਜਾਬੀਆਂ ਨੂੰ ਪਸੰਦ ਚੀਫ ਮਿਨਿਸਟਰ ਬਣਿਆ ਹੋਇਆ ਹੈ। ਬਣਿਆ ਹੋਇਆ ਚੀਫ ਮਿਨਿਸਟਰ ਤਾਂ ਬਣਾ ਕੇ ਦਿਖਾਤਾ। ਉਹ ਗੱਲਾਂ ਕਰਦੇ ਨੇ, ਅਸੀਂ ਬਣਾਤਾ। ਅੱਗੇ ਕੌਣ ਹੋਊਗਾ? ਅੱਗੇ ਕੌਣ ਹੋਊਗਾ? ਅੱਗੇ ਕਾਂਗਰਸ ਪਾਰਟੀ ਫੈਸਲਾ ਕਰੇਗੀ। ਕਾਂਗਰਸ ਪਾਰਟੀ ਫੈਸਲਾ ਕਰੂਗੀ। ਅੱਜ ਮੁੱਖ ਮੰਤਰੀ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਵੀ ਆਏ, ਪ੍ਰਚਾਰ ਕਰਦੇ ਨਜ਼ਰ ਆਏ, ਤੁਹਾਡੇ ਲਈ ਇੱਕ ਰੈਲੀ ਵੀ ਕੀਤੀ ਹੈ ਤੇ ਹਾਲਾਂਕਿ ਪਬਲਿਕ ਮੀਟਿੰਗ ਹੈ। ਔਰ ਇਸ ਵਾਰ ਅਲੱਗ ਜੀਆਂ ਚੋਣਾਂ ਨੇ, ਵੱਡੀਆਂ ਰੈਲੀਆਂ ਨਹੀਂ ਵੇਖਣ ਨੂੰ ਮਿਲ ਰਹੀਆਂ। ਸਾਰੇ ਮਸਲੇ ਟਾਈਮ ਦੇ ਨਾਲ ਕਰਨਾ ਪੈਂਦਾ। ਹੁਣ ਅਸੀਂ ਇੱਥੇ 400 ਬੰਦੇ ਦਾ ਸੀ ਅੰਦਰ, ਇੰਡੋਰ ਕਰ ਸਕਦੇ ਆ ਨਾ, ਜ਼ਿਆਦਾ ਕਰ ਨਹੀਂ ਸਕਦੇ। ਪਰ ਲੇਕਿਨ ਲੋਕ ਹਜ਼ਾਰਾਂ ਦੀ ਗਿਣਤੀ, ਕੋਈ ਕਿਤੇ ਚੌਂਕ 'ਚ ਖੜਾ, ਕੋਈ ਕਿਤੇ ਖੜਾ, ਉਹਨੂੰ ਅਸੀਂ ਰੋਕ ਨਹੀਂ ਸਕਦੇ, ਮੂਵ ਨਹੀਂ ਰੋਕ ਨਹੀਂ ਸਕਦੇ। ਅਸੀਂ ਅੰਦਰੋਂ ਬੰਦ ਕਰਤਾ, ਅਸੀਂ 400 ਤੋਂ ਵੱਧ ਨਹੀਂ ਲਿਆ। ਪਰ ਲੋਕਾਂ ਦਾ ਪਿਆਰ ਬਹੁਤ ਸੀ, ਚੰਨੀ ਸਾਹਿਬ ਨੂੰ ਦੇਖਿਆ ਪਿਆਰ ਬਹੁਤ ਸਾਰਾ ਹੈ। ਲੇਕਿਨ ਓਵਰਆਲ ਜਿਸ ਢੰਗ ਦੀਆਂ ਗੱਲਾਂ ਹੁਣ ਹੋ ਰਹੀਆਂ ਨੇ, ਉਨ ਗੱਲਾਂ ਤੇ ਕੀ ਕਹਿਣਾ ਹੈ ਤੁਹਾਡਾ? ਅੱਜ ਮੁੱਖ ਮੰਤਰੀ ਦੇ ਉੱਪਰ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ, ਈਡੀ ਦੀ ਰੇਡਾਂ ਨੂੰ ਲੈ ਕੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ। ਰੱਬ ਨੂੰ ਨਹੀਂ ਛੱਡਦੇ ਤੁਹਾਡੇ ਖਾਸਮ ਧਰਮਸੋਤ ਸਾਹਿਬ ਰੁਕ ਜਾਓ, ਹੁਣ ਗੱਲਾਂ ਕਰ ਹੀ ਲੈਣੇ ਆ। ਤੁਹਾਡੇ ਖਾਸਮ ਖਾਸ ਕੈਪਟਨ ਅਮਰਿੰਦਰ ਸਿੰਘ ਅੱਜ ਵਿਰੋਧ ਦੇ ਵਿੱਚ ਖੜੇ ਨੇ, ਉਹਨਾਂ ਦੀ ਚੁਣੌਤੀ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਹਰ ਬੰਦਾ ਹਰ ਜਗ੍ਹਾ ਸਤਿਕਾਰ ਆ ਉਹਦਾ, ਉਹਨਾਂ ਦਾ ਸਤਿਕਾਰ। ਸਾਡੀ ਪਾਰਟੀ ਦੇ ਸਾਡੇ ਲੀਡਰ ਨੇ, ਉਹ ਉਹਨਾਂ ਦੇ ਲੀਡਰ ਨੇ। ਮੈਂ ਜਾਤੀਵਾਦ ਨਾ ਕਦੇ ਕਿਸੇ ਦੇ ਖਿਲਾਫ ਬੋਲਿਆ, ਨਾ ਮੈਂ ਬੋਲਣਾ। ਚਲੋ ਤੁਸੀਂ ਬੋਲੇ ਤੇ ਨਹੀਂ, ਲੇਕਿਨ ਓਵਰਆਲ ਜਿਸ ਢੰਗ ਦੀ ਉਹਨਾਂ ਦੀ ਚੁਣੌਤੀ ਹੈ, ਅਗਰ ਕੈਂਡੀਡੇਟ ਲੈ ਕੇ ਪ੍ਰਚਾਰ ਕਰਨ ਆਉਣਗੇ ਉਹ, ਕਿਉਂਕਿ ਕਿਹਾ ਜਾਂਦਾ ਹੈ ਕਿ ਪਟਿਆਲਾ ਔਰ ਇਸ ਦੇ ਆਸ-ਪਾਸ ਦੇ ਜਿਹੜੇ ਹਲਕੇ ਨੇ, ਉੱਥੇ ਉਹਨਾਂ ਦੀ ਖਾਸ ਹੀ ਅਹਿਮੀਅਤ ਰਹਿੰਦੀ ਹੈ। ਅਗਰ ਪ੍ਰਚਾਰ ਕਰਨ ਤੁਹਾਡੇ ਖਿਲਾਫ ਆਉਂਦੇ ਨੇ, ਫਿਰ ਕਿੱਦਾਂ ਦੀ ਚੁਣੌਤੀ ਰਹੂਗੀ? ਨਹੀਂ, ਇਲੈਕਸ਼ਨ 6 ਬੰਦੇ ਲੜ ਰਹੇ ਨੇ, ਇੱਕ ਨਹੀਂ 6। ਦੇਖ, ਬੀਜੇਪੀ, ਅਕਾਲੀ ਦਲ, ਦੂਜਾ ਅਕਾਲੀ ਦਲ, ਫਿਰ ਆਮ ਆਦਮੀ ਪਾਰਟੀ, ਇਹ ਆਪਣਾ ਕਿਸਾਨ ਯੂਨੀਅਨ, ਕਾਂਗਰਸ ਪਾਰਟੀ, 6 ਤਾਂ ਹੋ ਗਏ। 7-8 ਕੋਈ ਹੋਰ ਵੀ ਜਾਪੇ ਤੇ ਕੀ ਰਹੂਗਾ ਫਿਰ? ਤੁਹਾਨੂੰ ਪਤਾ ਹੀ ਹੈ, ਪਹਿਲਾਂ
ਕਾਂਗਰਸ ਪਾਰਟੀ 77 ਸੀਟਾਂ ਲੈ ਕੇ ਹੁਣ ਘੱਟੋ ਘੱਟ 87 ਲੈ ਕੇ ਜਾਏਗੀ। ਪਹਿਲਾਂ ਵੀ ਇੱਕ ਚੈਨਲ ਤੇ ਮੈਂ ਕਿਹਾ ਸੀ, ਜੀ ਨਿਊਜ਼ ਤੇ ਤੇ ਦਫ਼ਤਰ 'ਚ ਬੈਠ ਠੋਕ ਕੇ ਮੈਂ ਯਾਦ ਰੱਖਿਓ ਉਹ ਪਤਾ ਕੀ ਕਿਹਾ ਸੀ। ਉਹ ਵਿਦਨ ਦਿਨੇਸ਼ ਸੀ, ਦਿਨੇਸ਼ ਜੀ ਆਏ ਸੀ ਉਸ ਦਿਨ, ਮੈਂ ਡਿਬੇਟ ਕਰਕੇ ਨਿਕਲ ਰਿਹਾ ਸੀ। ਮੈਨੂੰ ਕਹਿੰਦੇ ਇਲੈਕਸ਼ਨ ਤੋਂ 1.5 ਮਹੀਨੇ ਪਹਿਲਾਂ ਮੈਨੂੰ ਕਹਿੰਦੇ ਆਪ कैसा है, मैं ठीक हूँ। कहते सरकार तो आपकी बन रही है। मैं अच्छा किया, मैं भी तो करूँ मेरी बन रही है। कहते नहीं ऐसा नहीं है, मैं और कैसा है। कहते आम आदमी पार्टी की सरकार बननी चाहिए। मैं बहुत गलतफहमी में हो आप। कहते कैसे। कहते आप भी नहीं जीत रहे। मैं कोई मैं जैसा आप सोचते हो ना, अब भी पूछ लेना जाके। मैं दिनेश जी जैसा आप सोचते हो ना, सरकार फिर भी हमारी बनेगी, पर लेकिन फिर सरकार बनेगी 60 से 65 सीटों से। पर कहते जैसे आप सोचते हो, फिर मैं 70 से 80 सीटों। लेकिन धर्मसो साहब कहते आप भी नहीं जीत रहे। मैं जैसे आपसे सोचते डरते हो, फिर 6-7 हजार से समझ लेना। कहते जैसे फिर मैं 20,000 ऐसा ही हुआ। हुण कितनी लीड रहने वाली है? हुण दी लीड दस देखो, जनता ਦੀ ਕਚਹਿਰੀ ਦਾ ਮਾਮਲਾ ਜੋ ਮੈਨੂੰ ਲੱਗਦਾ ਹੈ, ਲੋਕਾਂ ਹਾਵ ਭਾਵ ਤੋਂ ਪਤਾ ਲੱਗਦਾ ਹੈ, ਆਪਣੇ ਸਾਥੀਆਂ ਤੋਂ ਪਤਾ ਲੱਗਦਾ ਹੈ, ਲੋਕਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਹੈ। ਗੁਰੂ ਦੀ ਨਗਰੀ, ਗੁਰੂ ਦੀ ਕਿਰਪਾ ਕਰਕੇ 30,000 ਤੋਂ ਘੱਟ ਨਹੀਂ ਮੈਂ ਜਿੱਤਣਾ। ਚਲੋ 30,000 ਦਾ ਦਾਵਾ ਕਰਤਾ, 87 ਸੀਟਾਂ ਦਾ ਦਾਵਾ ਕਰਤਾ, ਲੇਕਿਨ ਆਪ ਦਾ ਜਿਹੜਾ ਪ੍ਰਚਾਰ ਹੈ ਉਹ ਕਹਿੰਦੇ ਅਸੀਂ ਤੇ ਸਰਕਾਰ ਬਣਾਉਣ ਜਾ ਰਹੇ ਹਾਂ, ਸਾਡੇ ਤੇ ਲਾਗੇ ਤਾਗੇ ਵੀ ਕੋਈ ਨਹੀਂ। 111 ਸੀ ਪਿਛਲੀਆਂ ਉਹਨਾਂ ਦੀਆਂ, 111 ਸੀ 20 ਆਈਆਂ ਤੇ 11 ਭੱਜ ਗਏ ਸੀ। ਤੇ ਹੁਣ ਕੀ ਭਾਲਦੇ ਨੇ ਪੰਜਾਬ ਵਾਲਿਆਂ ਨੇ? ਤਾਂ ਜਿਹੜਾ ਬੰਦਾ, ਜਿਹੜਾ ਕੇਜਰੀਵਾਲ ਕਹੇ ਇਹ ਪਾਣੀ पंजाब का भी है, ये पानी ये दिल्ली का भी है, ये पानी हरियाणे का भी है, वो पंजाब का हक। ਜਿਹੜਾ ਆਦਮੀ ਮਾਫੀ ਮੰਗੇ ਹਾੜੇ ਹਾੜੇ ਮੈਨੂੰ ਮਾਫ ਕਰ ਦਿਓ, ਮਜੀਠੀਆ ਸਾਹਿਬ ਤੋਂ ਮਾਫੀ ਮੰਗ ਜੇ ਤੇ ਉਹ ਪੰਜਾਬ ਦੀ ਲੜਾਈ ਨਹੀਂ ਲੜ ਸਕਦਾ। ਲੇਕਿਨ ਧਰਮਸੋ ਸਾਹਿਬ, ਜਿਹੜੀ ਗੱਲਾਂ ਹੁਣ ਹੋ ਰਹੀਆਂ ਨੇ ਈਡੀ ਨੂੰ ਲੈ ਕੇ ਜਿਸ ਢੰਗ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਡੈਮੇਜ ਕਰੂਗਾ ਇਹ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦਾ ਪ੍ਰਚਾਰ? ਜਿਹੜੀ ਈਡੀ ਦੀ ਗੱਲਾਂ ਹੋ ਰਹੀਆਂ ਨੇ ਜਾਂ ਮਾਈਨਿੰਗ ਦੀ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਇਹ ਹਿੰਦੁਸਤਾਨ 'ਚ ਚੱਲ ਰਹੀ ਹੈ, ਕੋਈ ਤੇ ਬੰਗਾਲ 'ਚ ਚੱਲ ਰਹੀ ਹੈ, ਕਿਤੇ ਕਿਤੇ ਚੱਲਦੀ ਹੈ, ਕਿਤੇ ਕਿਤੇ ਚੱਲਦੀ ਹੈ। ਡੈਮੇਜ ਨਹੀਂ ਹੋਊਗਾ ਇਸ ਨਾਲ? ਕਾਂਗਰਸ ਨੂੰ ਲੋਕਾਂ ਨੇ ਵੋਟ ਪਾਉਣੀ ਹੈ। ਇਹਨਾਂ ਗੱਲਾਂ ਦਾ ਅਗਲਾ ਕਹਿੰਦਾ ਅਦਾਲਤੀ ਨੇ, ਦੇਖਾਂਗੇ ਕੀ ਹੁੰਦਾ, ਬਾਅਦ 'ਚ ਦੇਖਾਂਗੇ, ਪਹਿਲਾਂ ਕਾਂਗਰਸ ਨੂੰ ਜਿਤਾਈਏ। ਲੇਕਿਨ ਚਿਹਰੇ ਵੀ ਵੇਖਦੇ ਨੇ ਲੋਕ ਕਿ ਚਿਹਰੇ ਕੀ ਕਰ ਰਹੇ ਨੇ। ਚਿਹਰਾ ਬਹੁਤ ਵਧੀਆ, ਚੰਨੀ ਦਾ ਚਿਹਰਾ ਵੈਰੀ ਗੁੱਡ ਚਿਹਰਾ ਹੈ। ਤੇ ਸਿੱਧੂ ਸਾਹਿਬ ਉਦੋਂ ਵੀ ਵਧੀਆ ਨੇ। ਮਾਡਲ ਕਿਹੜਾ ਹੋਣਾ ਚਾਹੀਦਾ? ਮਾਡਲ ਕਿਹੜਾ? ਕਾਂਗਰਸ ਦਾ ਮਾਡਲ। ਲੇਕਿਨ ਸਿੱਧੂ ਸਾਹਿਬ ਕਹਿੰਦੇ ਕਿ ਮੇਰਾ ਪੰਜਾਬ ਮਾਡਲ, ਚੰਨੀ ਸਾਹਿਬ ਕਹਿੰਦੇ ਮੇਰੇ 111 ਦਿਨ। ਕਾਂਗਰਸ ਦਾ ਮਾਡਲ, ਕਾਂਗਰਸ ਦੀ ਸਰਕਾਰ ਬਣੇਗੀ। ਚਲੋ ਕਾਂਗਰਸ ਦਾ ਮਾਡਲ, ਕਾਂਗਰਸ ਦੀ ਸਰਕਾਰ। ਕੁਝ ਲੋਕ ਵੀ ਸਾਡੇ ਨਾਲ ਨੇ, ਪਹਿਲਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਈ। ਧਰਮਸੋ ਸਾਹਿਬ, ਜਾਣ ਦੀ ਬਹੁਤ ਕਾਲੀ ਹੈ ਤੁਹਾਨੂੰ। ਹਾਂਜੀ, ਵੱਡੇ ਦਾਅਵੇ ਨੇ, ਕਿੱਦਾਂ ਦੇਖਦੇ ਹੋ ਇਹਨਾਂ ਦੇ ਦਾਅਵਿਆਂ ਨੂੰ? ਸਰ, ਜੋ ਇਹਨਾਂ ਨੇ ਕਿਹਾ ਸਰਦਾਰ ਸਾਧੂ ਸਿੰਘ ਐਮਐਲਏ ਸਾਹਿਬ ਸਰਨਾਭੇ ਮਹਾਰਾਜ ਹੀਰਾ ਸਿੰਘ ਦੀ ਨਗਰੀ 'ਚ, ਬਿਲਕੁਲ ਠੀਕ ਕਿਹਾ। ਤੁਸੀਂ ਦੇਖੋ ਜਿਹੜਾ ਤੁਹਾਨੂੰ ਡੈਮੋ ਦਿਖਾਇਆ, 5 ਗੇਟ ਇੰਨੇ ਲੀਡਰ ਨਾਭੇ 'ਚ ਆਏ, ਕਿਸੇ ਦੇ ਧਿਆਨ 'ਚ ਨਹੀਂ ਆਇਆ ਵੀ ਰਿਆਸਤ ਵੀ ਮਹਾਰਾਜਾ ਹੀਰਾ ਸਿੰਘ ਦੀ ਹੁੰਦੀ ਸੀ। 5 ਗੇਟ ਬਣਵਾਏ ਜੀ, ਜਿਵੇਂ ਇਹਨੇ ਪਾਈਪਾਂ ਦਿਖਾਈਆਂ, ਪਾਈਪਾਂ ਪੈ ਰਹੀਆਂ। ਸਾਡੇ ਨਾਭੇ ਮੇਨ ਸਮੱਸਿਆ ਦੀ ਪਾਣੀ ਦੀ, ਪਾਣੀ ਨਹੀਂ ਜਾਂਦਾ ਸ਼ਹਿਰ ਤੋਂ ਬਾਹਰ, ਉਹ ਸਾਰੀਆਂ ਜੰਗੀ ਪੱਧਰ ਤੇ ਪੈ ਰਹੀਆਂ। 90% ਇੰਟਰਲੋਕਿੰਗ ਸੜਕਾਂ ਸ਼ਾਇਦ ਦੀਆਂ ਜਾ ਕੇ ਚੈੱਕ ਕਰ ਲਓ, ਬਣੀਆਂ ਹੋਈਆਂ ਨੇ ਜੀ। ਦੂਸਰੀ ਗੱਲ, ਜਿਹੜੇ ਵੀ ਤੁਹਾਡੇ ਕਿਸੇ ਦੇ ਹੋਰ ਡਿਵੈਲਪਮੈਂਟ ਦੇ ਕੰਮ ਹੈ, ਉਹ ਕਿੰਨੇ 100 ਟੈਂਡਰ ਲਾ ਕੇ ਖੁੱਲ੍ਹ ਵੀ ਚੁੱਕੇ ਜੀ, ਵਰਕ ਆਰਡਰ ਵੀ ਅਸੀਂ ਦੇਤੇ, ਸਾਰਾ 100% ਕੰਮ ਹੋ ਗਿਆ। ਤੁਸੀਂ ਦੇਖਿਆ ਲੋਕਾਂ 'ਚ ਪੰਪ ਤੇ ਵੀ ਮੇਰੇ ਆਏ। ਵਿਕਾਸ ਕੀਤਾ? ਵਿਕਾਸ ਸਰ ਕੀਤਾ, ਵਿਕਾਸ ਦੇ ਬੇਸ ਤੇ ਅਸੀਂ ਮੁੱਦੇ ਤੇ ਲੜ ਰਹੇ ਹਾਂ ਇਲੈਕਸ਼ਨ, ਜਿਹੜੀ ਵਿਕਾਸ ਦੀ ਕਰਕੇ ਹੀ ਵੋਟ ਇਹਨਾਂ ਨੂੰ ਪਊ। ਧਰਮਸੋ ਸਾਹਿਬ, ਵੱਡੀ ਗੱਲ ਕੀਤੀ ਹੈ ਕਿ ਵਿਕਾਸ ਦਾ ਮੁੱਦਾ, ਤੁਸੀਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਜਨਤਾ ਦੇ ਵਿੱਚ, ਚਲੋ ਅਸੀਂ ਮੰਨ ਵੀ ਲੈਂਦੇ ਹਾਂ ਕਿ ਤੁਸੀਂ ਵਿਕਾਸ ਕੀਤਾ, ਤੁਸੀਂ ਜਿਹੜਾ ਮਾਡਲ ਵਿਖਾ ਰਹੇ ਹੋ, ਲੇਕਿਨ ਵਿਰੋਧੀ ਜਿਹੜੀਆਂ ਗੱਲਾਂ ਕਰ ਰਹੇ ਨੇ, ਤੁਸੀਂ ਜਵਾਬ ਨਹੀਂ ਦੇ ਰਹੇ। ਉਹਨਾਂ ਦਾ ਜਵਾਬ ਕੀ ਹੈ? ਦਿਲ ਸਾਫ਼ ਹੋਣਾ ਚਾਹੀਦਾ, ਲੋਕਾਂ ਨੂੰ ਕੰਮ ਚਾਹੀਦਾ ਹੈ। ਉਹ ਕਹਿੰਦੇ ਦਿਲ ਸਾਫ਼ ਨਹੀਂ ਹੈ। ਉਹ ਕਹਿੰਦੇ ਧਰਮਸੋ ਸਾਹਿਬ, ਉਹ ਕਹਿੰਦੇ 64 ਕਰੋੜ ਰੁਪਏ ਦਾ ਜ਼ਿਕਰ ਕਰਨ ਸਾਧੂ ਸਿੰਘ। ਉਹਨਾਂ ਦਾ ਦਾਵਾ ਕਰੂੰਗਾ, ਮੈਨੂੰ ਲਿਖ ਕੇ ਦੇਣ, ਸਵਾਲ ਆ ਜੇ ਮੈਨੂੰ ਲਿਖ ਕੇ ਦੇਣ। ਯਾਨੀ ਮਾਨਹਾਨੀ ਦਾ ਦਾਵਾ ਕਰੋ? ਨਹੀਂ, ਲਿਖ ਕੇ ਦੇਣ ਨਾ, ਮੈਨੂੰ ਲਿਖ ਕੇ ਦੇਣ ਵੀ ਮੈਂ ਕੀਤਾ, ਮੈਂ ਠੋਕੂ ਉਹਨਾਂ ਦੇ। ਚਲੋ ਸਿੱਧੇ ਤੌਰ ਤੇ ਸਾਧੂ ਸਿੰਘ ਧਰਮਸੋਤ ਇੱਥੇ ਵੱਡੀ ਗੱਲ ਆਖਦੇ ਨਜ਼ਰ ਆਏ ਨੇ ਕਿ ਜਿਹੜੇ 64 ਕਰੋੜ ਦੀ ਗੱਲ ਕਰਦੇ ਨੇ ਉਹ ਲਿਖ ਕੇ ਦੇਣ, ਮੈਂ ਦਾਵਾ ਠੋਕੂੰਗਾ। ਉਹ ਇਹ ਵੀ ਕਹਿ ਰਹੇ ਨੇ ਕਿ ਇਸ ਵਾਰ ਸੂਬੇ ਦੇ ਵਿੱਚ ਕਾਂਗਰਸ ਦੀ 87 ਸੀਟਾਂ ਤੇ ਸਰਕਾਰ ਬਣੂਗੀ। ਆ ਦਾਵਾ ਸਾਧੂ ਸਿੰਘ ਧਰਮਸੋਤ ਨੇ ਪੇਸ਼ ਕੀਤਾ ਔਰ ਇੱਕ ਵੱਡੀ ਲੀਡ ਆਪਣੀ ਵੀ ਵਿਖਾਈ ਹੈ। ਉਹ ਕਹਿੰਦੇ ਨੇ ਕਿ ਤਕਰੀਬਨ 30,000 ਦੀ ਲੀਡ ਰਹੂਗੀ ਉਹਨਾਂ ਦੀ। ਹਾਲਾਂਕਿ ਉਹਨਾਂ ਦੇ ਦਾਅਵਿਆਂ ਤੇ ਇੱਥੋਂ ਦੀ ਜਨਤਾ ਕਿਆ ਮੋਹਰ ਲਾ ਪਾਉਂਦੀ ਹੈ? ਹਾਂਜੀ, ਕੀ ਕਹਿਣਾ ਚਾਹੋਗੇ?
ਇਹ ਜਿਹੜੇ ਸਾਡੇ ਪਿੰਡਾਂ ਦੇ ਵਿਕਾਸ ਨੇ, ਮੇਰਾ ਥੂਹੀ ਪਿੰਡ ਆ ਜੀ, ਗੁਰਮੀਤ ਸਿੰਘ ਥੂਹੀ ਬਲਾਕ ਸੰਘ ਦੀ ਮੈਂਬਰ ਆ ਮੈਂ। ਸਾਡੇ ਪਿੰਡਾਂ ਦੇ ਵਿੱਚ ਸ਼ਹਿਰ ਵਾਂਗੂ ਵਿਕਾਸ ਹੋਇਆ ਪਿਆ। ਸਟਰੀਟ ਲਾਈਟਾਂ ਨੇ, ਆਪਣੇ ਜਿਹੜੀ ਪੰਚਾਇਤ ਘਰ ਆ 32 ਲੱਖ ਦਾ ਉਹ ਬਣਿਆ, ਲੌ ਕਿੱਟ ਲੱਗੀ ਆ, ਸਟਰੀਟ ਲਾਈਟਾਂ ਲਾ ਕੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਜੀ। ਹਾਂ, ਤੁਸੀਂ ਕਾਂਗਰਸੀ ਹਾਂਜੀ, ਵਿਕਾਸ ਦੀ ਗੱਲ ਹੋ ਗਈ, ਲੇਕਿਨ ਵਿਰੋਧੀ ਜਿਹੜਾ ਪ੍ਰਚਾਰ ਕਰ ਰਹੇ ਨੇ ਸਵਾਲ ਉਸ ਦਾ ਹੈ। ਉਹ ਜਿਹੜੀ ਗੱਲ ਕਹਿ ਰਹੇ ਨੇ ਉਸ ਦਾ ਜਵਾਬ ਕੀ ਹੈ? ਕਿਹੜਾ ਵਿਰੋਧੀ ਦੱਸੋ ਜੀ? ਸਾਰੇ ਵਿਰੋਧੀ ਤੁਹਾਡੇ ਇੱਕ ਹੀ ਗੱਲ ਦੇਖੋ, ਕਰਦੇ ਨੇ। ਇੱਕ ਉਹ ਕਦੇ ਐਸਸੀ ਸਕਾਲਰਸ਼ਿਪ ਦਾ ਜ਼ਿਕਰ ਕਰਦੇ ਨੇ। ਹੁਣ ਉਹਨਾਂ ਨੇ ਨਵਾਂ ਮੁੱਦਾ ਚੱਕ ਲਿਆ ਕਿ ਆ ਈਡੀ ਦੀ ਜਿਹੜੀ ਰੇਡ ਹੋਈ ਹੈ 10 ਕਰੋੜ ਰੁਪਏ ਦੀ, ਵੇਰਵਾ ਦਿਓ ਕਿ ਆਖਿਰ ਆ 10 ਕਰੋੜ ਕਿਦਾ ਸੀ। ਉੱਥੇ ਜੀ ਤੁਹਾਨੂੰ ਮੈਂ ਦੱਸ ਰਿਹਾ, ਜਦੋਂ ਵੀ ਕੋਈ ਰੇਡ ਮਾਰਦੀ ਆ, ਈਡੀ ਰੇਡ ਮਾਰਦੀ ਆ ਨਾ, ਉੱਥੇ ਬਕਾਇਦਾ ਮੂਵੀ ਬਣਦੀ ਆ, ਇਹ ਪਤਾ ਨਹੀਂ ਤੇ ਜੀ ਜਦੋਂ ਕੋਰਟ 'ਚ ਮਾਮਲਾ ਜਾਊਗਾ ਦਿਖਾਣਗੇ। ਉਹੀ ਗੱਲ ਆ ਨਾ, ਜਦੋਂ ਪਤਾ ਲੱਗੂਗਾ ਵੀ ਕੀ ਗੱਲ ਹੋਈ ਆ। ਇਹ ਬਿਲਕੁਲ ਝੂਠੀਆਂ ਗੱਲਾਂ ਨੇ। ਇਹ ਕੇਜਰੀਵਾਲ ਸਾਹਿਬ ਪਿਛਲੀ ਵਾਰੀ ਵੋਟਾਂ ਪਈਆਂ ਨਹੀਂ, ਪਹਿਲੀ ਕੰਧਾਂ ਤੇ ਲਿਖ ਲਾਤਾ ਵੀ 100 ਸੀਟ ਆ ਗਈ ਸਾਡੀ, ਫਿਰ 100 ਦੇ ਕਿੱਧਰ ਗਈ ਜੀ? ਬਾਈ ਦਾਅਵਾ ਤੇ ਇਸ ਵਾਰ ਵੀ ਹੈ ਉਹਨਾਂ ਦਾ, ਦਾਅਵਾ ਇਸ ਵਾਰ ਉਹ ਵੀ ਰੱਖੇ ਨਹੀਂ, ਐਮਐਲਏ ਐਮਪੀ ਨਹੀਂ ਰੱਖੇ ਇਹਨਾਂ ਬੰਦਿਆਂ ਨੇ ਜਿੱਤੇ ਹੋਏ। ਇਹ ਕੀ ਰੱਖਣਗੇ ਹੋਰ ਕਿਸੇ ਨੂੰ? ਚਲੋ ਸਿੱਧੇ ਤੌਰ ਤੇ ਦੇਖੋ, ਆਹ ਭਰਾ ਜਿਹੜਾ ਹੈ ਕਾਂਗਰਸੀ ਹੈ, ਕਾਂਗਰਸ ਦੀ ਗੱਲ ਕਰੂਗਾ ਔਰ ਚੋਣਾਂ ਦਾ ਜਿਸ ਢੰਗ ਦੇ ਨਾਲ ਬਾਜ਼ਾਰ ਸਜਿਆ ਨਜ਼ਰ ਆ ਰਿਹਾ, ਵੱਖ-ਵੱਖ ਮਸਲਿਆਂ ਨੂੰ ਲੈ ਕੇ, ਵੱਖ-ਵੱਖ ਦਾਅਵਿਆਂ ਦੇ ਨਾਲ ਅੱਜ ਜਿਹੜੇ ਨੇਤਾ ਨੇ ਉਹ ਜਨਤਾ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਨੇ। ਲੇਕਿਨ ਇਸ ਵਾਰ ਵੇਖਣ ਵਾਲੀ ਗੱਲ ਰਹੇਗੀ ਕਿ 10 ਤਰੀਕ ਨੂੰ ਜਨਤਾ ਜਿਹੜੀ ਹੈ ਉਹ ਕਿਸ ਦੇ ਚਿਹਰੇ ਤੇ ਮੋਹਰ ਲਾਉਂਦੀ ਹੈ ਔਰ ਕੌਣ ਅਗਲਾ ਨੇਤਾ ਬਣ ਕੇ ਵਿਧਾਨ ਸਭਾ ਦੇ ਵਿੱਚ ਜਾਂਦਾ ਨਜ਼ਰ ਆਏਗਾ। 20 ਨੂੰ ਤੇ ਜੀ ਚੋਣਾਂ ਹੋਣਗੀਆਂ, 10 ਤਰੀਕ ਨੂੰ ਨਤੀਜੇ ਆਣੇ ਨੇ। ਕਹਿੰਦੇ ਸੱਤਾ ਦਾ ਜਿਹੜਾ ਫਾਈਨਲ ਹੈ ਉਹ ਅਸਲ 10 ਤਰੀਕ ਨੂੰ ਹੀ ਖੁੱਲੂਗਾ ਕਿ ਕਿਸ ਦੇ ਚਿਹਰੇ ਨੂੰ ਜਨਤਾ ਜਿਹੜੀ ਹੈ ਇਸ ਵਾਰ ਤਰਜੀਹ ਦੇ ਕੇ ਵਿਧਾਨ ਸਭਾ ਦੇ ਵਿੱਚ ਭੇਜੂਗੀ ਔਰ ਜਿਹੜਾ ਜਨਤਾ ਦੇ ਮਸਲਿਆਂ ਨੂੰ ਹੱਲ ਕਰੂਗਾ। ਕੈਮਰਾਮੈਨ ਆਨੰਦ ਦੇ ਨਾਲ ਵਿਨਿਤ ਕਪੂਰ, ਦੈਨਿਕ ਸਵੇਰਾ ਟੀਵੀ, ਨਾਭਾ।